सत श्री अकाल दोस्तों, वेलकम इन आर यूट्यूब चैनल इन्वेस्ट इन नॉलेज। मैं हाँ गुरप्रीत सिंह मांगट, UGC नेट PTET CTET क्वालिफाइड। नाउ आई एम वर्किंग एज एन असिस्टेंट प्रोफैसर इन पॉलिटिकल साइंस। ਅੱਜ जो ਅਸੀਂ ਇੱਥੇ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਇਹ ਤੁਹਾਡੇ ਸਾਰਿਆਂ ਦੇ ਲਈ ਕਾफ़ी ਇੰਪੋਰਟੈਂਟ ਹੋਣ ਵਾਲਾ ਹੈ, ਸਪੈਸ਼ਲੀ ਜੋ ਸਟੂਡੈਂਟਸ UPSC PCS UGC ਨੈਟ PTET CTET ਜਾਂ ਅਦਰ ਸਟੇਟ ਲੈਵਲ ਔਰ ਨੈਸ਼ਨਲ ਲੈਵਲ ਦੇ ਐਗਜ਼ਾਮਸ ਦੇ ਲਈ ਤਿਆਰੀ ਕਰ ਰਹੇ ਹਨ। ਅਤੇ ਜੋ ਸਟੂਡੈਂਟ ਇਸ ਸਮੇਂ ਪੰਜਾਬ ਦੇ ਵਿੱਚ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਦੇ ਲਈ ਵੀ ਇਹ ਵੀਡੀਓ ਕਾफ़ੀ ਇੰਪੋਰਟੈਂਟ ਰਹਿਣ ਵਾਲੀ ਹੈ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੇ ਚੈਨਲ ਉੱਤੇ ਆਉਣ ਵਾਲੀਆਂ ਅਗਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਤਾਂ ਚਲੋ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਟੌਪਿਕ। ਇਹ ਹੈ ਜੀ ਸਾਡਾ ਮੇਰੀ ਇੱਕ ਬਰੀਫ ਜਿਹੀ ਇੰਟਰੋਡਕਸ਼ਨ। ਅਤੇ ਇਹ ਵਾਲੇ ਚੈਨਲ ਜੋ ਵੀ ਕੋਰਸਿਸ ਇੱਥੇ ਲਿਖੇ ਨੇ ਇੱਕ ਵਾਰੀ ਦੇਖ ਲਿਓ। ਇਹ ਵਾਲੀਆਂ ਚੀਜ਼ਾਂ ਸਾਡੇ ਇਸ ਚੈਨਲ ਦੇ ਉੱਤੇ ਕਰਵਾਈਆਂ ਜਾਣਗੀਆਂ। ਫਿਲਹਾਲ ਅਸੀਂ ਫੋਕਸ ਕਰ ਰਹੇ ਹਾਂ ਪੋਲੀਟੀਕਲ ਸਾਇੰਸ ਅਤੇ ਹਿਸਟਰੀ ਦੇ ਉੱਤੇ। ਹੌਲੀ ਜਿਵੇਂ ਸਾਨੂੰ ਤੁਹਾਡਾ ਰਿਸਪੌਂਸ ਮਿਲੇਗਾ ਉਵੇਂ ਅਸੀਂ ਵੇਰੀਅਸ ਕੋਰਸਿਸ ਸਟਾਰਟ ਕਰ ਦੇਵਾਂਗੇ। ਤਾਂ ਲਓ ਜੀ, ਅੱਜ ਦਾ ਟੌਪਿਕ ਹੈ ਵੈਦਿਕ ਪੀਰੀਅਡ, ਵੈਦਿਕ ਸਿਵਲਾਈਜੇਸ਼ਨ। ਠੀਕ ਹੈ ਜੀ। ਹੁਣ ਵੈਦਿਕ ਸਿਵਲਾਈਜੇਸ਼ਨ ਨੂੰ ਅਸੀਂ 2 ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਇੱਕ ਨੂੰ ਅਸੀਂ ਕਹਿ ਦਿੰਦੇ ਹਾਂ ਵੈਦਿਕ ਪੀਰੀਅਡ ਅਤੇ ਇੱਕ ਨੂੰ ਅਸੀਂ ਕਹਿ ਦਿੰਦੇ ਹਾਂ ਪੋਸਟ ਵੈਦਿਕ ਪੀਰੀਅਡ। ਹੁਣ ਵੈਦਿਕ ਪੀਰੀਅਡ ਆ ਜਿਹੜਾ ਇਹਦਾ ਟਾਈਮ ਫੇਜ਼ ਨੋਟ ਕਰ ਲਓ। 1500 BC ਤੋਂ ਲੈ ਕੇ 1000 BC ਤੱਕ ਦਾ ਜਿਹੜਾ ਸਮਾਂ ਪੀਰੀਅਡ ਆ ਉਸ ਪੀਰੀਅਡ ਨੂੰ ਅਸੀਂ ਵੈਦਿਕ ਪੀਰੀਅਡ ਕਹਿ ਦਿੰਦੇ ਹਾਂ। ਇਹ ਪੀਰੀਅਡ ਉਹ ਪੀਰੀਅਡ ਹੈ ਜਦੋਂ ਆਰੀਅਨਸ ਨੇ ਭਾਰਤ ਦੇ ਵਿੱਚ ਆਉਣਾ ਸਟਾਰਟ ਕਰ ਦਿੱਤਾ ਸੀਗਾ ਅਤੇ ਇੱਥੇ ਜੋ ਇੰਡਸ ਵੈਲੀ ਦੀ ਸਿਵਲਾਈਜੇਸ਼ਨ ਸੀ ਉਹ ਤਹਿਸ ਨਹਿਸ ਹੋ ਚੁੱਕੀ ਸੀਗੀ, ਜਾਂ ਫਿਰ ਉਹ ਕੀ ਆ ਭਾਰਤ ਦੇ ਦੱਖਣੀ ਭਾਗ ਵਾਲੇ ਪਾਸੇ ਜਾਂ ਜਿਹਨੂੰ ਅਸੀਂ ਸਦਰਨ ਇੰਡੀਆ ਕਹਿ ਦਿੰਦੇ ਹਾਂ ਉੱਧਰਲੇ ਪਾਸੇ ਨੂੰ ਮੂਵ ਕਰ ਚੁੱਕੇ ਸੀਗੇ। ਤਾਂ ਇਸ ਟਾਈਮ ਪੀਰੀਅਡ ਆ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੇ ਵਿੱਚ ਵੈਦਿਕ ਪੀਰੀਅਡ ਦੀ ਸਟਾਰਟਿੰਗ ਹੁੰਦੀ ਆ। ਅਤੇ ਵੈਦਿਕ ਪੀਰੀਅਡ ਦੀ ਸਟਾਰਟਿੰਗ ਹੁੰਦੀ ਆ ਆਰੀਅਨਸ ਦੇ ਆਉਣ ਦੇ ਨਾਲ। ਆਰੀਅਨਸ ਕੀ ਆ ਜੀ? ਆਰੀਅਨਸ ਇੱਕ ਤਰੀਕੇ ਦੀ ਨਸਲ ਹੈ, ਰੇਸ। ਜਿਵੇਂ ਸਾਡੇ ਮਨੁੱਖਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਦੀਆਂ ਨਸਲਾਂ ਪਾਈਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚੋਂ ਹੀ ਇੱਕ ਨਸਲ ਹੈ, ਉਹਨਾਂ ਨੂੰ ਅਸੀਂ ਆਰੀਅਨਸ ਕਹਿੰਦੇ ਹਾਂ। ਅਤੇ ਜਦੋਂ ਆਰੀਅਨਸ ਭਾਰਤ ਦੇ ਵਿੱਚ ਆਉਂਦੇ ਨੇ ਅਤੇ ਇੱਥੇ ਸੈਟਲ ਹੋ ਜਾਂਦੇ ਨੇ ਤਾਂ ਉਸੇ ਕਰਕੇ ਉਸ ਪੀਰੀਅਡ ਨੂੰ ਵੈਦਿਕ ਪੀਰੀਅਡ ਕਿਹਾ ਜਾਂਦਾ ਆ। ਹੁਣ ਇਹ ਜੋ ਆਰੀਅਨਸ ਨੇ ਜਿਹੜੇ ਇਹ ਇੱਕਦਮ ਨਹੀਂ ਭਾਰਤ ਦੇ ਵਿੱਚ ਆਏ। ਇਹ ਅਨੇਕਾਂ ਸਾਲਾਂ ਦੇ ਵਿੱਚ 100 200 500 ਸਾਲਾਂ ਦੇ ਵਕਵੇ ਦੇ ਵਿੱਚ ਲਗਾਤਾਰ ਭਾਰਤ ਦੇ ਵਿੱਚ ਆਉਂਦੇ ਰਹੇ ਅਤੇ ਇੱਥੇ ਵੱਸਦੇ ਰਹੇ। ਅਤੇ ਜੋ ਇੱਥੇ ਦੇ ਮੂਲ ਨਿਵਾਸੀ ਸੀ ਜਿਨ੍ਹਾਂ ਨੂੰ ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਕਹਿ ਸਕਦੇ ਹਾਂ ਜਾਂ ਅਦਰ ਜੋ ਵੀ ਇੱਥੇ ਲੋਕ ਰਹਿ ਰਹੇ ਹੋਣਗੇ ਉਹਨਾਂ ਦੇ ਉੱਤੇ ਆਪਣੀ ਸ੍ਰੇਸ਼ਟਤਾ ਕਾਬਜ਼ ਕਰਦੇ ਨੇ ਅਤੇ ਉਹਨਾਂ ਨੂੰ ਇੱਥੋਂ ਭਜਾ ਦਿੰਦੇ ਨੇ। ਤਾਂ ਹੁਣ ਆਰੀਅਨਸ ਬੇਸਿਕਲੀ ਇਹਦਾ ਸ਼ਬਦੀ ਅਰਥ ਕੀ ਹੈ, ਇਹਦਾ ਵਰਡ ਮੀਨਿੰਗ ਕੀ ਆ? ਸੁਪੀਰੀਅਰ। ਆਰੀਅਨਸ ਦਾ ਮਤਲਬ ਹੁੰਦਾ ਹੈ ਸੁਪੀਰੀਅਰ, ਜਾਂ ਫਿਰ ਜਿਹਨੂੰ ਅਸੀਂ ਪੰਜਾਬੀ 'ਚ ਕਹਿ ਲਾਂਗੇ ਸ੍ਰੇਸ਼ਟ। ਤਾਂ ਆਰੀਅਨ ਹੈ ਜਿਹੜੀ ਇਹਨੂੰ ਅਸੀਂ ਦੁਨੀਆ ਦੀਆਂ ਸਭ ਤੋਂ ਸ੍ਰੇਸ਼ਟ ਸੱਭਿਅਤਾਵਾਂ ਦੇ ਵਿੱਚੋਂ ਮੰਨਦੇ ਹਾਂ, ਸਭ ਤੋਂ ਸ੍ਰੇਸ਼ਟ ਨਸਲ ਮੰਨੀ ਜਾਂਦੀ ਆ। ਅਤੇ ਈਵਨ ਅੱਜ ਦੇ ਦੌਰ ਦੇ ਵਿੱਚ ਵੀ ਜਰਮਨੀ, ਇਟਲੀ ਜਾਂ ਅਦਰ ਯੂਰਪੀਅਨ ਕੰਟਰੀਜ਼ ਦੇ ਲੋਕ ਬੜੇ ਮਾਣ ਦੇ ਨਾਲ ਆਪਣੇ ਆਪ ਨੂੰ ਆਰੀਅਨਸ ਕਹਿੰਦੇ ਨੇ। ਅਤੇ ਤੁਹਾਨੂੰ ਯਾਦ ਹੋਵੇ ਹਿਟਲਰ ਮੰਨਦਾ ਸੀਗਾ ਕਿ ਜੋ ਆਰੀਅਨਸ ਜੋ ਹਿਟਲਰਸ ਵੀ ਜਰਮਨੀ ਦੇ ਵਿੱਚ ਸਿਰਫ ਉਹਨਾਂ ਲੋਕਾਂ ਨੂੰ ਰਹਿਣਾ ਚਾਹੀਦਾ ਹੈ ਜਿਹੜੀ ਕੀ ਆ ਆਰੀਅਨ ਰੇਸ ਆ। ਅਤੇ ਉਹੀ ਆਰੀਅਨ ਰੇਸ ਜਿਹੜੀ ਜਰਮਨੀ ਦੇ ਵੱਲ ਨੂੰ ਮੂਵ ਕੀਤੀ ਸੀਗੀ ਜਦੋਂ ਇਹ ਸਾਰਾ ਕੁਛ ਘਟਨਾ ਵਾਪਰਨੀਆਂ ਸਟਾਰਟ ਹੁੰਦੀਆਂ ਨੇ 1500 BC ਤੋਂ ਲੈ ਕੇ 1000 BC ਦੇ ਦੌਰਾਨ। ਹੁਣ ਇੱਥੇ ਮੇਨ ਸਵਾਲ ਪੈਦਾ ਹੁੰਦਾ, ਮੇਨ ਕੁਐਸਚਨ ਪੈਦਾ ਹੁੰਦਾ ਕਿ ਹੂ ਵਰ ਆਰੀਅਨਸ ਕੌਣ ਨੇ? ਆਰੀਅਨਸ ਜਿਵੇਂ ਮੈਂ ਦੱਸਦਾ ਇਹਨਾਂ ਦਾ ਸ਼ਬਦੀ ਅਰਥ ਕੀ ਹੈ? ਸੁਪੀਰੀਅਰ ਲੋਕ, ਸ੍ਰੇਸ਼ਟ ਸੱਭਿਅਤਾ ਜਾਂ ਸ੍ਰੇਸ਼ਟ ਸਿਵਲਾਈਜੇਸ਼ਨ। ਇਹ ਆਪਣੇ ਆਪ ਨੂੰ ਦੂਜੀਆਂ ਰੇਸਸ ਦੇ ਨਾਲੋਂ ਸ੍ਰੇਸ਼ਟ ਮੰਨਦੇ ਨੇ।
ਇਹਨਾਂ ਦੇ ਕੱਦ ਲੰਬੇ ਹੁੰਦੇ ਨੇ, ਰੰਗ ਗੋਰਾ ਹੁੰਦਾ ਆ ਅਤੇ ਕਾਫੀ ਰਿਸ਼ਟ ਪੁਸ਼ਟ ਸਰੀਰ ਦੇ ਮਾਲਕ ਹੁੰਦੇ ਨੇ ਅਤੇ ਕਾਫੀ ਬਹਾਦਰ ਮੰਨੇ ਜਾਂਦੇ ਨੇ। ਈਵਨ ਦੁਨੀਆ ਦੇ ਵਿੱਚ ਜੋ ਵੀ ਆਪਣੇ ਆਪ ਨੂੰ ਆਰੀਅਨਸ ਕਹਿ ਰਿਹਾ ਮਾਣ ਦੇ ਨਾਲ, ਉਹਨਾਂ ਦੇ ਜੋ ਅਸੀਂ ਸਰੀਰਕ ਦਿੱਖ ਦੇਖਾਂਗੇ ਤਾਂ ਉਹ ਇਹਨਾਂ ਐਟਰੀਬਿਊਟਸ ਦੇ ਨਾਲ ਭਰੀ ਹੋਏਗੀ ਜੋ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ। ਅਤੇ ਅੱਜ ਕੱਲ੍ਹ ਏਸ਼ੀਆ ਦੇ ਵਿੱਚ ਅਤੇ ਯੂਰਪ ਦੇ ਵਿੱਚ ਕਈ ਲੋਕ ਆਪਣੇ ਆਪ ਨੂੰ ਬੜੇ ਮਾਣ ਦੇ ਨਾਲ ਕੀ ਆ ਆਰੀਅਨਸ ਕਹਿੰਦੇ ਨੇ। ਹੁਣ ਆਰੀਅਨਸ ਦੇ ਬਾਰੇ ਚੀਜ਼ਾਂ ਹੋ ਗਈਆਂ। ਹੁਣ ਭਾਰਤ ਦੇ ਵਿੱਚ ਆਰੀਅਨਸ ਆਏ ਕਦੋਂ ਅਤੇ ਕਿੱਥੋਂ ਆਏ, ਹੈ ਨਾ। ਇੱਕ ਤਾਂ ਚੀਜ਼ ਹੋ ਗਈ ਆਰੀਅਨ ਕੌਣ ਸੀ। ਆਰੀਅਨਸ ਹੈਗੀ ਆ ਇੱਕ ਰੇਸ ਜੋ ਆਪਣੇ ਆਪ ਨੂੰ ਸ੍ਰੇਸ਼ਟ ਮੰਨਦੀ ਆ ਅਤੇ ਆਪਣੇ ਆਪ ਨੂੰ ਦੂਜਿਆਂ ਦੇ ਨਾਲੋਂ ਸਿਵਲਾਈਜ਼ਡ ਮੰਨਦੀ ਆ, ਅਤੇ ਇੱਕ ਤਰੀਕੇ ਨਾਲ ਜ਼ਿੰਮੇਵਾਰੀ ਵੀ ਲੈਂਦੇ ਨੇ ਇਹ ਕਿ ਅਸੀਂ ਦੁਨੀਆ ਨੂੰ ਸਿਖਾਉਣਾ ਆ, ਆਪਣੇ ਵਾਂਗੂ ਸਿਵਲਾਈਜ਼ਡ ਕਰਨਾ। ਐਟ ਦੈਟ ਟਾਈਮ ਦੀ ਗੱਲ, ਅੱਜ ਦੀ ਗੱਲ ਨਹੀਂ, ਉਸ ਸਮੇਂ ਦੀ ਗੱਲ। ਹੁਣ ਇਹਨਾਂ ਆਰੀਅਨਸ ਦੇ ਬਾਰੇ ਵੱਖੋ ਵੱਖਰੇ ਪਰਸਨਸ ਦੇ ਵੱਖੋ ਵੱਖਰੇ ਵਿਊਜ਼ ਨੇ। ਤਾਂ ਹੁਣ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਕਿ ਕਈ ਥਿਊਰੀਜ਼ ਨੇ ਆਰੀਅਨਸ ਦੇ ਨਾਲ ਰਿਲੇਟਡ, ਵੀ ਇਹ ਆਰੀਅਨਸ ਕਿੱਥੋਂ ਆਏ, ਭਾਰਤ ਦੇ ਵਿੱਚ ਰਹਿਣ ਤੋਂ ਪਹਿਲਾਂ ਇਹਨਾਂ ਦਾ ਮੂਲ ਦੇਸ਼ ਜਾਂ ਇਹਨਾਂ ਦਾ ਮੁੱਖ ਦੇਸ਼ ਕਿਹੜਾ ਸੀਗਾ ਪਹਿਲਾਂ। ਤਾਂ ਕਈ ਥਿਊਰੀਜ਼ ਡਿਵੈਲਪ ਹੋਈਆਂ ਨੇ, ਉਹਨਾਂ ਥਿਊਰੀਜ਼ ਦੇ ਬਾਰੇ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸਪਤ ਸਿੰਧੂ ਥਿਊਰੀ। ਹੁਣ ਸਪਤ ਸਿੰਧੂ ਥਿਊਰੀ ਦੇ ਵਿੱਚ ਸਾਡੇ ਸਾਹਮਣੇ ਡਾਕਟਰ AC ਦਾਸ ਅਤੇ ਡਾਕਟਰ ਸੰਪੂਰਨਾਨੰਦਾ ਦਾ ਨਾਮ ਆ ਜਾਂਦਾ ਆ। ਹੁਣ ਡਾਕਟਰ AC ਦਾਸ ਨੇ ਰਿਗਵੈਦਿਕ ਭਾਰਤ ਬੁੱਕ ਲਿਖੀ ਆ ਅਤੇ ਸੰਪੂਰਨਾਨੰਦਾ ਨੇ ਆਰੀਆ ਕਾ ਆਦਿ ਦੇਸ਼ ਬੁੱਕਸ ਲਿਖੀਆਂ ਨੇ। ਇਹਨਾਂ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਆਰੀਅਨਸ ਦਾ ਜਿਹੜਾ ਮੁੱਖ ਦੇਸ਼ ਸੀਗਾ ਜਾਂ ਇਹਨਾਂ ਦਾ ਮੂਲ ਦੇਸ਼ ਸੀਗਾ ਉਹ ਕਿਹੜਾ ਸੀਗਾ, ਸਪਤ ਸਿੰਧੂ ਰੀਜਨ। ਹੁਣ ਸਪਤ ਸਿੰਧੂ ਰੀਜਨ ਦੇ ਵਿੱਚ ਕਿਹੜੇ ਕਿਹੜੇ ਇਲਾਕੇ ਆ ਜਾਂਦੇ ਨੇ, ਸਿੰਪਲੀ ਪੰਜਾਬ, ਉਸ ਤੋਂ ਬਾਅਦ ਕਸ਼ਮੀਰ, ਕਾਬੁਲ, ਅਤੇ ਜਿਹੜਾ ਆਪਾਂ ਕਹਿ ਲਓ ਵੀ ਨੌਰਥ ਵੈਸਟ ਵਾਲਾ ਜਿਹੜਾ ਏਰੀਆ ਆ ਉਹ ਕੀ ਆ, ਇਹਨਾਂ ਦੇ ਵੱਲੋਂ ਮੰਨਿਆ ਜਾਂਦਾ ਹੈ ਕਿ ਇਹ ਇੱਥੋਂ ਆਏ ਹੋਣਗੇ। ਇਹ ਇਹਨਾਂ ਦਾ ਮੂਲ ਮਤਲਬ ਕੀ ਆ ਦੇਸ਼ ਸੀਗਾ ਸਪਤ ਸਿੰਧੂ ਮਤਲਬ ਸਿੰਧੂ ਰਿਵਰ ਦੇ ਨੇੜੇ ਤੇੜੇ ਇਲਾਕਾ, ਜਾਂ ਜੋ ਬੇਸਿਨ ਇੰਡਸ ਕ੍ਰੀਏਟ ਕਰਦੀ ਆ, ਜਿਹੜਾ ਬੇਸਿਨ ਡਰੇਨੇਜ ਬੇਸਿਨ ਇੰਡਸ ਵੱਲੋਂ ਕ੍ਰੀਏਟ ਕੀਤਾ ਜਾਂਦਾ, ਉਸ ਏਰੀਏ ਦੇ ਨੇੜੇ ਤੇੜੇ ਇਹ ਲੋਕ ਸੈਟਲਡ ਸੀਗੇ। ਅਤੇ ਹੌਲੀ ਹੌਲੀ ਜਦੋਂ ਉੱਥੇ ਉੱਥੋਂ ਦਾ ਜਿਹੜਾ ਵੀ ਕਲਾਈਮੇਟ ਸੀਗਾ, ਕਲਾਈਮੇਟਿਕ ਚੇਂਜਸ ਆਉਂਦੀਆਂ ਨੇ, ਤਾਂ ਦੈਨ ਕੀ ਆ ਇਹ ਭਾਰਤ ਵੱਲ ਨੂੰ ਕੀ ਆ ਆਉਣਾ ਸਟਾਰਟ ਕਰ ਦਿੰਦੇ ਨੇ। ਇੱਕ ਕਾਰਨ ਇਹਨਾਂ ਦਾ ਕਲਾਈਮੇਟਿਕ ਚੇਂਜਸ ਨੂੰ ਕਿਹਾ ਜਾਂਦਾ, ਇੱਕ ਕਾਰਨ ਦਿੱਤਾ ਜਾਂਦਾ ਇਹਨਾਂ ਦੀ ਪਾਪੂਲੇਸ਼ਨ ਇਨਕਰੀਜ਼ਮੈਂਟ ਨੂੰ ਲੈ ਕੇ, ਵੀ ਪਾਪੂਲੇਸ਼ਨ ਇਨਕਰੀਜ਼ ਹੋਣ ਲੱਗ ਗਈ ਸੀਗੀ। ਠੀਕ ਹੈ। ਹੁਣ ਇਹਦੇ ਲਈ ਆਪਣੀਆਂ ਦਲੀਲਾਂ ਕੀ ਦਿੰਦੇ ਨੇ, ਇਹ ਕਹਿੰਦੇ ਨੇ ਕਿ ਜੋ ਕੁਛ ਵੀ ਰਿਗਵੇਦ ਕੀ ਆ ਇਹਨਾਂ ਦਾ ਪ੍ਰਾਚੀਨ ਗ੍ਰੰਥ ਆ, ਸਭ ਤੋਂ ਪ੍ਰਾਚੀਨ ਦੁਨੀਆ ਦਾ। ਈਵਨ ਜੇ ਪ੍ਰਾਚੀਨ ਗ੍ਰੰਥ ਜੇ ਕੋਈ ਹੈਗਾ ਆ ਤਾਂ ਉਹ ਹੈਗਾ ਰਿਗਵੇਦ। ਅਤੇ ਜੋ ਲਿਖਿਆ ਕਿੱਥੇ ਗਿਆ, ਆਰੀਅਨਸ ਦੇ ਵੱਲੋਂ ਲਿਖਿਆ ਗਿਆ ਅਤੇ ਪੰਜਾਬ ਦੇ ਵਿੱਚ ਕੀ ਆ ਇਹਨੂੰ ਲਿਖਿਆ ਗਿਆ। ਪੰਜਾਬ ਦੀ ਧਰਤੀ ਦੇ ਉੱਤੇ ਇਹ ਮਹਾਨ ਗ੍ਰੰਥ ਆ ਜਿਹੜਾ ਇਹਦੀ ਕੀ ਆ ਰਚਨਾ ਹੋਈ ਆ। ਤਾਂ ਹੁਣ ਰਿਗਵੇਦ ਨੂੰ ਆਧਾਰ ਬਣਾਉਂਦੇ ਹੋਏ ਇਹ ਜੋ ਥਿੰਕਰਸ ਨੇ, ਇਹ ਜੋ ਡਾਕਟਰਸ ਨੇ, ਇਹ ਕੀ ਕਹਿ ਰਹੇ ਨੇ ਕਿ ਜੋ ਕੁਛ ਵੀ ਰਿਗਵੇਦ ਦੇ ਵਿੱਚ ਵਰਣਨ ਆ ਰਿਹਾ ਨਾ, ਰਿਗਵੇਦ ਦੇ ਵਿੱਚ 7 ਰਿਵਰਸ ਦਾ ਵਰਣਨ ਆਉਂਦਾ, ਤਾਂ ਉਹ ਬੇਸਿਕਲੀ ਇਸੇ ਰੀਜ਼ਨ ਦੇ ਵਿੱਚ ਪਾਈਆਂ ਜਾਂਦੀਆਂ ਨੇ। ਠੀਕ ਆ। ਉਹ ਕਹਿੰਦੇ ਨੇ ਕਿ ਇੱਥੇ ਜੋ ਕੁਛ ਵੀ ਰਿਗਵੇਦ ਦੇ ਵਿੱਚ ਟਰੀਜ਼ ਦੀ ਗੱਲ ਹੋ ਰਹੀ ਆ, ਠੀਕ ਆ, ਜਾਂ ਬਰਡਸ ਦੀ ਗੱਲ ਹੋ ਰਹੀ ਆ, ਜਾਂ ਫਿਰ ਆਪਾਂ ਕਹਿ ਲਓ ਵੀ ਜੋ ਵੀ ਉੱਥੇ ਐਨੀਮਲਸ ਦੀ ਗੱਲ ਹੋ ਰਹੀ ਆ, ਹੈ ਨਾ। ਤਾਂ ਇਹ ਬੇਸਿਕਲੀ ਇਹ ਸਾਰੀਆਂ ਚੀਜ਼ਾਂ ਕਿੱਥੇ ਪਾਈਆਂ ਜਾਂਦੀਆਂ ਸੀਗੀਆਂ, ਸਪਤ ਸਿੰਧੂ ਰੀਜਨ ਦੇ ਵਿੱਚ ਹੀ ਪਾਈਆਂ ਜਾਂਦੀਆਂ ਸੀਗੀਆਂ। ਇਹ ਲੋਕ ਜੋ ਕੁਛ ਖਾਂਦੇ ਸੀਗੇ, ਮਤਲਬ ਰਿਗਵੈਦ ਦੇ ਵਿੱਚ ਜਿਵੇਂ ਗੱਲ ਕੀਤੀ ਗਈ ਆ, ਰਾਈਸ ਦੀ ਗੱਲ ਕੀਤੀ ਗਈ ਆ, ਹੈ ਨਾ, ਤਾਂ ਜਾਂ ਕਣਕ ਵਗੈਰਾ ਦੀ ਗੱਲ ਕੀਤੀ ਗਈ ਆ, ਤਾਂ ਇਹ ਵੀ ਕੀ ਆ ਮੁੱਖ ਇਸੇ ਰੀਜਨ ਦੇ ਵਿੱਚ ਹੀ ਉਗਾਏ ਜਾਂਦੇ ਨੇ। ਤਾਂ ਮਤਲਬ ਇਹਨਾਂ ਦੇ ਕਹਿਣ ਦਾ ਭਾਵ ਇਹ ਆ ਕਿ ਅਸਲ ਦੇ ਵਿੱਚ ਜੋ ਲੋਕ ਨੇ ਆਰੀਅਨਸ ਨੇ ਇਹ ਸਪਤ ਸਿੰਧੂ ਰੀਜਨ ਤੋਂ ਆਏ ਨੇ। ਹੁਣ ਕਈ ਲੋਕ ਇਹਨੂੰ ਕ੍ਰਿਟੀਸਾਈਜ਼ ਵੀ ਕਰਦੇ ਨੇ, ਉਹ ਕਹਿੰਦੇ ਵੀ ਇਹ ਸਪਤ ਸਿੰਧੂ ਰੀਜਨ ਆ ਜਿਹੜਾ ਕਾਫੀ ਫਰਟਾਈਲ ਸੀਗਾ, ਉਪਜਾਊ ਸੀਗਾ, ਤਾਂ ਦੈਨ ਇਹਨਾਂ ਨੂੰ ਕੀ ਲੋੜ ਪੈ ਗਈ ਭਾਰਤ ਦੇ ਵਿੱਚ ਆਉਣ ਦੀ। ਤਾਂ ਉਹਦਾ ਆਨਸਰ ਇਹ ਦਿੰਦੇ ਨੇ ਪਾਪੂਲੇਸ਼ਨ ਬਲਾਸਟ। ਪਾਪੂਲੇਸ਼ਨ ਬਲਾਸਟ ਮਤਲਬ
ਜਦੋਂ ਪਾਪੂਲੇਸ਼ਨ ਕਿਸੇ ਏਰੀਏ ਦੀ ਬਹੁਤ ਹੱਦ ਤੋਂ ਵੱਧ ਜਾਂਦੀ ਆ ਅਤੇ ਉਹ ਏਰੀਆ ਜਿਹੜਾ ਆ ਉਹਨਾਂ ਦੀਆਂ ਨੀਡਸ ਪੂਰੀਆਂ ਕਰਨ ਦੇ ਕੈਪੇਬਲ ਨਹੀਂ ਹੁੰਦਾ, ਤਾਂ ਦੈਨ ਉਹ ਉੱਥੋਂ ਕੀ ਆ ਮੂਵ ਕਰ ਜਾਂਦੇ ਨੇ। ਜਿਵੇਂ ਹੁਣ ਆਪਾਂ ਕਹਿ ਲਓ ਪੰਜਾਬ ਦੇ ਵਿੱਚੋਂ ਫਰਟਾਈਲ ਲੈਂਡ ਆ, ਪਰ ਲੋਕ ਕੈਨੇਡਾ ਨੂੰ ਕਿਉਂ ਜਾ ਰਹੇ ਨੇ? ਕਿਉਂਕਿ ਇੱਥੇ ਪਾਪੂਲੇਸ਼ਨ ਇੰਨੀ ਵੱਧ ਗਈ, ਨਾ ਤਾਂ ਕੋਈ ਜੋਬ ਆ ਅਤੇ ਨਾ ਕੁਛ ਹੋਰ ਆ, ਇਸ ਕਰਕੇ ਲੋਕ ਮੂਵ ਕਰ ਰਹੇ ਨੇ ਕੈਨੇਡਾ ਨੂੰ। ਠੀਕ ਹੈ ਜੀ, ਤਾਂ ਇਸ ਦਲੀਲ ਦੇ ਨਾਲ ਇਹਨੂੰ ਸਹੀ ਸਾਬਿਤ ਕਰ ਦਿੰਦੇ ਨੇ। ਨੈਕਸਟ ਜਿਹੜੀ ਥਿਊਰੀ ਆਉਂਦੀ ਆ, ਕਾਫੀ ਇੰਟਰਸਟਿੰਗ ਥਿਊਰੀ ਆ, ਉਹ ਹੈਗੀ ਆ ਆਰਕਟਿਕ ਥਿਊਰੀ। ਆਰਕਟਿਕ ਥਿਊਰੀ ਸਾਨੂੰ ਪਤਾ ਆ ਕਿ ਧਰਤੀ ਦੇ ਗਲੋਬ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ 'ਤੇ ਇੱਕ ਉੱਪਰ ਨਾਰਥ ਪੋਲ ਬਣਦਾ ਹੈ ਅਤੇ ਹੇਠਾਂ ਬਣਦਾ ਸਾਊਥ ਪੋਲ। ਤਾਂ ਜਿਹੜਾ ਨਾਰਥ ਪੋਲ ਦੇ ਨੇੜੇ ਦਾ ਇਲਾਕਾ ਆ ਉਹਨੂੰ ਆਰਕਟਿਕ ਕਿਹਾ ਜਾਂਦਾ ਆ। ਆਰਕਟਿਕ ਮਤਲਬ ਠੰਡਾ ਇਲਾਕਾ ਆ। ਤਾਂ ਇਹਦੇ ਕਈ ਥਿੰਕਰ ਜਿਨ੍ਹਾਂ ਦੇ ਵਿੱਚੋਂ ਮੇਨ ਆ ਜਾਂਦਾ ਆ ਬਾਲ ਗੰਗਾਧਰ ਤਿਲਕ ਆ। ਜਿਹੜਾ ਬਾਲ ਗੰਗਾਧਰ ਤਿਲਕ ਨੇ ਇੱਕ ਬੁੱਕ ਲਿਖੀ ਆ ਆਰਕਟਿਕ ਹੋਮ ਇਨ ਦੀ ਵੇਦਾਸ। ਆਰਕਟਿਕ ਹੋਮ ਇਨ ਦੀ ਵੇਦਾਸ ਇਹ ਕਿਤਾਬ ਲਿਖੀ ਆ। ਇਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜੋ ਆਰੀਅਨ ਸੀਗੇ, ਆਰੀਅਨਸ ਦਾ ਮੁੱਖ ਹੋਮ ਜਾਂ ਮੂਲ ਪ੍ਰਦੇਸ਼ ਕੀ ਸੀਗਾ? ਆਰਕਟਿਕ ਸੀਗਾ। ਤਾਂ ਹੁਣ ਆਰਕਟਿਕ ਦੇ ਵਿੱਚ ਜਦੋਂ ਉਹਨੇ ਸਟੱਡੀ ਕੀਤੀ ਆ ਤਾਂ ਉਹਦੇ ਇਹ ਦੱਸਿਆ ਕਿ ਜਦੋਂ ਰਿਗਵੈਦ ਨੂੰ ਜਦੋਂ ਉਹਨੇ ਪੜ੍ਹਿਆ ਤਾਂ ਉਹਦੇ ਵਿੱਚ ਦੱਸਿਆ ਗਿਆ ਕਿ ਕੁਛ ਕੁ ਚੀਜ਼ਾਂ ਨੇ ਜਿਹੜੀਆਂ ਆਰਕਟਿਕ ਦੇ ਨਾਲ ਮਿਲਦੀਆਂ ਜੁਲਦੀਆਂ ਨੇ। ਜਿਵੇਂ ਦੱਸਿਆ ਜਾਂਦਾ ਆ ਕਿ 6 ਮੰਥ ਦਾ ਉੱਥੇ ਦਿਨ ਹੁੰਦਾ ਸੀਗਾ, ਠੀਕ ਆ, ਅਤੇ 6 ਮੰਥ ਦਾ ਉੱਥੇ ਰਾਤ ਹੁੰਦੀ ਸੀਗੀ। ਮਤਲਬ ਰਿਗਵੈਦ 'ਚ ਇਹ ਦੱਸਿਆ ਗਿਆ ਕਿ ਆਰੀਅਨਸ ਜਿੱਥੋਂ ਆਏ ਨੇ ਪਹਿਲਾਂ ਉੱਥੇ 6 ਮਹੀਨੇ ਦਾ ਦਿਨ ਹੁੰਦਾ ਸੀ, 6 ਮਹੀਨੇ ਦੀ ਰਾਤ ਹੁੰਦੀ ਸੀ। ਉਹ ਕਾਫੀ ਠੰਡਾ ਏਰੀਆ ਹੁੰਦਾ ਸੀਗਾ। ਇਸ ਕਰਕੇ ਕੀ ਆ ਮੰਨਿਆ ਜਾਂਦਾ ਆ ਕਿ ਇਹ ਸਭ ਕੁਛ ਪੋਸੀਬਲ ਕਿੱਥੇ ਆ? ਆਰਕਟਿਕ ਜਿਹੜਾ ਏਰੀਆ ਆ, ਆਰਕਟਿਕ ਰੀਜਨ ਆ ਜਿਹੜਾ ਉੱਪਰਲਾ ਅਰਥ ਦਾ, ਉੱਥੇ ਹੀ ਪੋਸੀਬਲ ਆ। ਤਾਂ ਇਸ ਕਰਕੇ ਪਰ ਹੌਲੀ ਹੌਲੀ ਕਿ ਉੱਥੇ ਕਲਾਈਮੇਟਿਕ ਚੇਂਜਸ ਆ ਗਏ, ਉੱਥੇ ਬਹੁਤ ਜ਼ਿਆਦਾ ਠੰਡ ਹੋਣ ਲੱਗ ਗਈ। ਇਸ ਕਰਕੇ ਕੀ ਆ ਇਹ ਚੀਜ਼ਾਂ ਨੂੰ ਥੋੜ੍ਹਾ ਕੁ ਜਿਹਾ ਮਤਲਬ ਉਹਨਾਂ ਨੇ ਭਾਰਤ ਵੱਲ ਨੂੰ ਮੂਵ ਕਰਨਾ ਸਟਾਰਟ ਕਰਤਾ। ਹੁਣ ਇਹਨੂੰ ਵੀ ਕੋਈ ਕ੍ਰਿਟੀਸਾਈਜ਼ ਕਰਨਗੇ ਕਿ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ, ਹੈ ਨਾ। ਤਾਂ ਮਤਲਬ ਹਰੇਕ ਨੇ ਆਪੋ ਆਪਣੇ ਵਿਊਜ਼ ਦਿੱਤੇ ਹੋਏ ਨੇ। ਇੱਕ ਥਿਊਰੀ ਆ ਜਾਂਦੀ ਹੈ ਤਿੱਬਤੀਅਨ ਥਿਊਰੀ। ਹੁਣ ਤਿੱਬਤੀਅਨ ਥਿਊਰੀ ਕੀ ਕਹਿੰਦੀ ਆ? ਤਿੱਬਤੀਅਨ ਥਿਊਰੀ ਦਿੱਤੀ ਗਈ ਆ ਸਵਾਮੀ ਦਯਾਨੰਦ ਸਰਸਵਤੀ ਦੇ ਵੱਲੋਂ। ਹੁਣ ਸਵਾਮੀ ਦਯਾਨੰਦ ਸਰਸਵਤੀ ਕੌਣ ਸੀ? ਸਵਾਮੀ ਦਯਾਨੰਦ ਸਰਸਵਤੀ ਉਹ ਆ ਜਿਨ੍ਹਾਂ ਨੇ ਆਰੀਆ ਸਮਾਜ ਦੀ ਕੀ ਕੀਤੀ ਸੀਗੀ? ਸਥਾਪਨਾ ਕੀਤੀ ਸੀਗੀ। ਆਰੀਆ ਸਮਾਜ ਦੀ ਸਥਾਪਨਾ, ਠੀਕ ਆ। ਜਦੋਂ ਭਾਰਤ ਦੇ ਵਿੱਚ ਧਾਰਮਿਕ ਸੁਧਾਰ ਅੰਦੋਲਨ ਚੱਲ ਰਿਹਾ ਸੀ ਤਾਂ ਉਦੋਂ ਕੀ ਆ ਕੁਛ ਕੁ ਜਿਹੜੇ ਲੋਕ ਨੇ ਉਹ ਸਾਹਮਣੇ, ਉਹਨਾਂ ਵਿੱਚੋਂ ਦਯਾਨੰਦ ਸਰਸਵਤੀ ਵੀ ਇੱਕ ਸੀ। ਉਹਨਾਂ ਨੇ ਆਰੀਆ ਸਮਾਜ ਦੀ ਸਥਾਪਨਾ ਕਰਕੇ ਇੱਕ ਮਤਲਬ ਜੋ ਵੀ ਬੁਰਾਈਆਂ ਆਈਆਂ ਸੀ ਉਹਨਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਤੇ ਇਹਨਾਂ ਦੀ ਪੁਸਤਕ ਦਾ ਨਾਮ, ਇਹਨਾਂ ਦੀ ਕਿਤਾਬ ਦਾ ਨਾਮ ਸੀ ਸਤਿਆਰਥ ਪ੍ਰਕਾਸ਼। ਅਤੇ ਇਹਨਾਂ ਸਤਿਆਰਥ ਪ੍ਰਕਾਸ਼ ਦੇ ਵਿੱਚ ਇਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹਨਾਂ ਦਾ ਮੇਨ ਜਿਹੜਾ ਮੂਲ ਦੇਸ਼ ਸੀਗਾ ਉਹ ਕੀ ਸੀਗਾ? ਤਿੱਬਤ ਸੀਗਾ। ਇਹ ਲੋਕ ਤਿੱਬਤ ਦੇ ਵਿੱਚ ਰਹਿ ਰਹੇ ਸੀਗੇ, ਠੀਕ ਆ। ਤਾਂ ਉਹਦੇ ਲਈ ਆਪਣੇ ਮਤਲਬ ਕੁਛ ਨਾ ਕੁਛ ਵਿਊਜ਼ ਦਿੰਦੇ ਨੇ। ਜਿਵੇਂ ਕਹਿੰਦੇ ਨੇ ਕਿ ਰਿਗਵੈਦ ਦੇ ਵਿੱਚ ਪੜ੍ਹ ਕੇ ਸਾਨੂੰ ਪਤਾ ਲੱਗਦਾ ਕਿ ਇਹ ਕਿਹਦੀ ਪੂਜਾ ਕਰਦੇ ਨੇ? ਇਹ ਲੋਕ ਫਾਇਰ ਦੀ ਪੂਜਾ ਕਰਦੇ ਨੇ, ਠੀਕ ਆ। ਇਹ ਲੋਕ ਸਨ ਦੀ ਪੂਜਾ ਕਰਦੇ ਨੇ, ਠੀਕ ਆ। ਤਾਂ ਇਹ ਪੋਸੀਬਲ ਕਿੱਥੇ ਆ? ਇਹ ਤਿੱਬਤ ਦੇ ਲੋਕ ਕਰਦੇ ਨੇ ਆਲਰੇਡੀ, ਠੀਕ ਆ। ਤਾਂ ਕਰਕੇ ਮੇ ਵੀ ਅਤੇ ਇਹ ਏਰੀਆ ਕੀ ਸੀਗਾ ਜਿੱਥੋਂ ਇਹ ਆਏ ਨੇ ਉਹ ਕਾਫੀ ਕੋਲਡ, ਕਾਫੀ ਠੰਡਾ ਏਰੀਆ ਸੀਗਾ, ਠੀਕ ਆ। ਉੱਥੋਂ ਦਾ ਕਲਾਈਮੇਟ ਬਹੁਤ ਠੰਡਾ ਸੀਗਾ। ਤਾਂ ਇਸ ਕਰਕੇ ਇਹਨਾਂ ਦਾ ਮਤਲਬ ਇਹ ਆ, ਇਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਉਹ ਏਰੀਆ ਥੋੜ੍ਹਾ ਜਿਹਾ ਠੰਡਾ, ਕਾਫੀ ਠੰਡਾ ਸੀ। ਉਸ ਤੋਂ ਬਾਅਦ ਦੇ ਵਿੱਚ ਕੀ ਆ ਉੱਥੇ ਮਤਲਬ ਕੁਛ ਨਾ ਕੁਛ ਰਹਿਣ ਦੇ ਲਈ ਪ੍ਰੋਬਲਮ ਆਉਣ ਲੱਗ ਗਈਆਂ। ਇਸ ਕਰਕੇ ਇਹਨਾਂ ਨੇ ਮੂਵ ਕਰਕੇ ਕਿੱਧਰ ਨੂੰ ਆਉਣਾ ਸਟਾਰਟ ਕਰਤਾ? ਭਾਰਤ ਦੇ ਵਿੱਚ ਆਉਣਾ ਸਟਾਰਟ ਕਰਤਾ। ਤਾਂ ਸਵਾਮੀ ਦਯਾਨੰਦ ਸਰਸਵਤੀ ਦੀ ਇਹ ਤਿੱਬਤਨ ਥਿਊਰੀ ਦਿੱਤੀ ਹੋਈ ਆ। ਨੈਕਸਟ ਆਪਾਂ ਕਰਦੇ ਹਾਂ ਅਗਲੀ ਥਿਊਰੀ ਆ ਜਿਹੜੀ ਆਸਟਰੋ ਹੰਗਰੀਅਨ ਥਿਊਰੀ। ਹੁਣ ਆਸਟਰੋ ਹੰਗਰੀਅਨ ਥਿਊਰੀ ਇਹ ਸਿਧਾਂਤ ਕਿਹਨੇ ਦਿੱਤਾ? ਡਾਕਟਰ ਪੀ ਗਾਇਲਸ ਅਤੇ ਮੈਕਡੋਨਲ। ਹੁਣ ਦੋ ਥਿੰਕਰ ਨੇ, ਇਹਨਾਂ ਨੇ ਬੇਸਿਕਲੀ ਗੱਲ ਕੀਤੀ ਹੈ ਕਿ ਜਿਹੜਾ ਆਸਟਰੋ ਹੰਗਰੀਅਨ ਮਤਲਬ ਏਰੀਆ ਆ ਜਿਹੜਾ ਆਸਟਰੀਆ ਹੰਗਰੀ, ਜਦੋਂ ਤੁਸੀਂ ਵਰਲਡ ਵਾਰ 2 ਪੜ੍ਹੋਗੇ ਜਾਂ ਵਰਲਡ ਵਾਰ ਫਸਟ ਪੜ੍ਹੋਗੇ, ਈਵਨ 2 ਦੀ ਬਜਾਏ ਫਸਟ ਪੜ੍ਹੋਗੇ, ਤਾਂ ਦੈਨ ਉੱਥੇ ਆਸਟਰੀਆ ਹੰਗਰੀ ਦਾ ਨਾਮ ਆਊਗਾ। ਆਸਟਰੀਆ ਹੰਗਰੀ ਕੀ ਇੱਕ ਦੇਸ਼ ਸੀਗਾ ਜੋ ਆਸਟਰੋ ਹੰਗਰੀਅਨ ਐਮਪਾਇਰ ਦਾ ਮਤਲਬ ਅੰਡਰ ਆਉਂਦਾ ਸੀਗਾ। ਤਾਂ ਇਹ ਮੰਨਿਆ ਜਾਂਦਾ ਹੈ ਕਿ ਇਹ ਲੋਕਾਂ ਦਾ ਸੰਬੰਧ ਕਿਹਦੇ ਨਾਲ ਆ? ਆਸਟਰੋ ਹੰਗਰੀਅਨ ਰੀਜਨ ਦੇ ਨਾਲ ਆ। ਇਹ ਕਿਵੇਂ ਆ? ਕਿਉਂਕਿ ਬੇਸਿਕਲੀ ਜਿਹੜੀਆਂ ਲੈਂਗੁਏਜਸ ਇਸ ਏਰੀਏ ਦੇ ਵਿੱਚ ਬੋਲੀਆਂ ਜਾਂਦੀਆਂ ਨੇ
ਉਹਨਾਂ ਦਾ ਸੰਸਕ੍ਰਿਤ ਦੇ ਨਾਲ ਕੀ ਆ ਕਾਫੀ ਹੱਦ ਤੱਕ ਮਤਲਬ ਮਿਲਦਾ ਜੁਲਦਾ ਭਾਵ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ। ਇੱਥੋਂ ਦੇ ਲੋਕਾਂ ਦਾ ਵੀ ਮੇਨ ਜਿਹੜਾ ਆਕੂਪੇਸ਼ਨ ਸੀਗਾ ਉਹ ਕੀ ਸੀਗਾ, ਐਨੀਮਲ ਹਸਬੈਂਡਰੀ ਸੀਗਾ। ਠੀਕ ਆ, ਇੱਥੋਂ ਦੇ ਲੋਕ ਵੀ ਕੀ ਕਰਦੇ ਸੀਗੇ, ਮੇਨਲੀ ਐਗਰੀਕਲਚਰ ਕਰਦੇ ਸੀਗੇ। ਇੱਥੋਂ ਦੇ ਲੋਕਾਂ ਨੂੰ ਜਿਵੇਂ ਕਹਿ ਲਓ ਵੀ ਹਾਥੀ ਅਤੇ ਸ਼ੇਰ ਆ ਜਿਹੜਾ, ਇਹਨਾਂ ਦੇ ਬਾਰੇ ਨੌਲੇਜ ਨਹੀਂ ਸੀਗੀ ਨਾ, ਅਤੇ ਇਹ ਲੋਕ ਇਹ ਜਿਹੜੇ ਜਾਨਵਰ ਨੇ ਇੱਥੇ ਪਾਏ ਨਹੀਂ ਜਾਂਦੇ ਹੈਗੇ। ਇਸੇ ਕਰਕੇ ਆਰੀਅਨਸ ਨੂੰ ਵੀ ਇਹਨਾਂ ਦੇ ਬਾਰੇ ਪਤਾ ਨਹੀਂ ਸੀ। ਜਦੋਂ ਭਾਰਤ ਦੇ ਵਿੱਚ ਆਉਂਦੇ ਨੇ ਉਦੋਂ ਉਹਨਾਂ ਨੂੰ ਇਹਨਾਂ ਜਾਨਵਰਾਂ ਦੇ ਬਾਰੇ ਕੀ ਆ ਪਤਾ ਲੱਗਣਾ ਸਟਾਰਟ ਹੁੰਦਾ ਆ। ਤਾਂ ਇਹਨਾਂ ਦੀ ਆਪਣੀ ਥਿਊਰੀ ਆ, ਕਿਉਂਕਿ ਹੌਲੀ ਹੌਲੀ ਉੱਥੇ ਜਿਵੇਂ ਕਹਿ ਲਓ ਕੁਦਰਤੀ ਥੋੜ੍ਹੀਆਂ ਜਿਹੀਆਂ ਜੋ ਕੁਛ ਵੀ ਰਿਗਵੇਦ ਦੇ ਵਿੱਚ ਕੁਦਰਤੀ ਮਤਲਬ ਦ੍ਰਿਸ਼ ਦਿਖਾਏ ਗਏ ਨੇ ਜਾਂ ਫਿਰ ਕਿਸੇ ਵੀ ਤਰੀਕੇ ਨਾਲ, ਤਾਂ ਉਹ ਮਤਲਬ ਇਹ ਮੰਨਦੇ ਨੇ ਕਿ ਇਹ ਇਹੀ ਏਰੀਆ ਹੋ ਸਕਦਾ ਆ, ਕਿਉਂਕਿ ਇੱਥੇ ਵੀ ਅਜਿਹੇ ਕੁਦਰਤੀ ਜਿਹੜੇ ਸਾਈਟਸ ਨੇ ਉਹ ਕਿ ਦੇਖਣ ਨੂੰ ਮਿਲਦੀਆਂ ਨੇ। ਉਸ ਤੋਂ ਨੈਕਸਟ ਜਿਹੜਾ ਆ ਜਾਂਦਾ ਆ ਉਹ ਹੈਗਾ ਆ ਸੈਂਟਰਲ ਏਸ਼ੀਅਨ ਥਿਊਰੀ। ਇਹ ਸਭ ਤੋਂ ਇੰਪੋਰਟੈਂਟ ਆ। ਇਹ ਦਿੱਤੀ ਕਿਹਦੇ ਵੱਲੋਂ ਗਈ ਸੀਗੀ, ਰੱਟ ਲਓ ਇਹਨੂੰ, ਮੈਕਸ ਮੂਲਰ ਨੇ ਇਹ ਥਿਊਰੀ ਦਿੱਤੀ ਸੀ ਸੈਂਟਰਲ ਏਸ਼ੀਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਮੱਧ ਏਸ਼ੀਆ। ਤਾਂ ਇਹਨੇ ਇੱਕ ਆਪਣੀ ਬੁੱਕ ਲਿਖੀ ਸੀਗੀ ਅ ਲੈਕਚਰ ਔਨ ਲੈਂਗੁਏਜ ਸਾਇੰਸਿਸ, ਅ ਬੁੱਕ ਔਨ ਲੈਂਗੁਏਜ ਅ ਲੈਕਚਰ ਔਨ ਲੈਂਗੁਏਜ ਸਾਇੰਸਿਸ। ਅਤੇ ਇਹਦੇ ਵਿੱਚ ਇਹਨੇ ਦੱਸਿਆ ਸੀਗਾ ਕਿ ਜਿਹੜੇ ਆਰੀਅਨਸ ਕਿੱਥੋਂ ਆਏ ਨੇ, ਸੈਂਟਰਲ ਏਸ਼ੀਆ ਤੋਂ ਆਏ ਨੇ। ਤਾਂ ਸੈਂਟਰਲ ਏਸ਼ੀਆ ਦੇ ਵਿੱਚ ਇਹਨੇ ਕੁਛ ਨਾ ਕੁਛ ਲੈਂਗੁਏਜਸ ਦੇ ਉੱਤੇ ਕੰਮ ਕੀਤਾ ਸੀਗਾ। ਤਾਂ ਲੈਂਗੁਏਜਸ ਦੇ ਨਾਲ ਇਹਨੇ ਇਹ ਕੋਸ਼ਿਸ਼ ਕਰਨ ਦੀ ਮਤਲਬ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਵੇਂ ਸੰਸਕ੍ਰਿਤੀ ਦੇ ਵਿੱਚ ਆਪਾਂ ਜਿਵੇਂ ਕਹਿ ਲਓ ਭਰਾਤਾ ਕਹਿ ਦਿੰਦੇ ਹਾਂ, ਭਰਾ ਨੂੰ ਭਰਾਤਾ ਕਹਿ ਦਿੰਦੇ ਹਾਂ, ਤਾਂ ਫਾਰਸੀ ਦੇ ਵਿੱਚ ਬਰਾਦਰ ਕਹਿ ਦਿੰਦੇ ਨੇ, ਅਤੇ ਇੰਗਲਿਸ਼ ਦੇ ਵਿੱਚ ਉਹਨੂੰ ਕੀ ਆ ਬ੍ਰਦਰ ਕਹਿ ਦਿੰਦੇ। ਤਾਂ ਦੈਨ ਇਹਨੇ ਲੈਂਗੁਏਜ ਦੇ ਬੇਸਿਸ ਦੇ ਉੱਤੇ ਕੀ ਹੈ ਕਿ ਲਿੰਕ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਤਾਂ ਆਟੋਮੈਟਿਕਲੀ ਕੀ ਆ ਇਹ ਮੰਨਦਾ ਹੈ ਕਿ ਇਹ ਪੋਸੀਬਿਲਿਟੀ ਸਿਰਫ ਅਤੇ ਸਿਰਫ ਇਸੇ ਏਰੀਏ ਤੋਂ ਹੋਊਗੀ। ਬਾਕੀ ਇਸ ਏਰੀਏ ਦੇ ਵਿੱਚ ਕੋਈ ਵੀ ਸੀ ਨਹੀਂ ਦੇਖਣ ਨੂੰ ਮਿਲਦਾ, ਯਾਨੀ ਸਮੁੰਦਰ ਨਹੀਂ ਦੇਖਣ ਨੂੰ ਮਿਲਦਾ। ਅਤੇ ਜਿਹੜੇ ਆਰੀਅਨਸ ਸੀਗੇ, ਆਰੀਅਨਸ ਨੂੰ ਵੀ ਸੀ ਦੀ ਕੋਈ ਨੌਲੇਜ ਨਹੀਂ ਸੀਗੀ। ਮਤਲਬ ਰਿਗਵੇਦ ਦੇ ਵਿੱਚ ਕਿਤੇ ਵੀ ਸਮੁੰਦਰ ਦਾ ਜਿਹੜਾ ਆ ਜ਼ਿਕਰ ਨਹੀਂ ਆਉਂਦਾ ਹੈਗਾ। ਅਤੇ ਇਹ ਦੱਸਿਆ ਜਾਂਦਾ ਵੀ ਜਿਹੜੇ ਮੂਲ ਦੇਸ਼ ਤੋਂ ਆਰੀਅਨਸ ਆਏ ਨੇ ਉਹਨਾਂ ਨੂੰ ਸਮੁੰਦਰ ਦੇ ਬਾਰੇ ਗਿਆਨ ਨਹੀਂ ਸੀਗਾ। ਤਾਂ ਇਹ ਮੋਸਟ ਪ੍ਰੋਬੇਬਲੀ ਕਿਹੜਾ ਹੋ ਸਕਦਾ, ਸੈਂਟਰਲ ਏਸ਼ੀਆ ਦਾ ਹੀ ਏਰੀਆ ਹੋ ਸਕਦਾ ਆ। ਨੈਕਸਟ ਇੱਕ ਥਿਊਰੀ ਆ ਜਾਂਦੀ ਆ ਜਰਮਨ ਥਿੰਕਰ ਪੈਂਕੇ ਵੱਲੋਂ ਦਿੱਤੀ ਗਈ ਆ। ਉਹਨੇ ਇਹ ਦੱਸਿਆ ਆ ਕਿ ਉਹਨਾਂ ਦਾ ਆਰੀਅਨਸ ਦਾ ਮੂਲ ਨਿਵਾਸ ਸਥਾਨ ਕੀ ਸੀ, ਜਰਮਨੀ। ਠੀਕ ਆ, ਜਿਵੇਂ ਹਿਟਲਰ ਦਾ ਵੀ ਤੁਹਾਨੂੰ ਪਤਾ ਆ, ਹਿਟਲਰ ਵੀ ਇਹੀ ਕਹਿ ਰਿਹਾ ਸੀਗਾ ਕਿ ਆਰੀਅਨਸ ਦਾ ਮੇਨ ਗੜ੍ਹ ਕਿੱਥੇ ਆ, ਜਰਮਨੀ ਆ। ਤਾਂ ਇਸ ਕਰਕੇ ਜਰਮਨੀ ਦੇ ਵਿੱਚ ਕਿਹਨਾਂ ਨੂੰ ਰਹਿਣਾ ਚਾਹੀਦਾ ਆ, ਸਿਰਫ ਅਤੇ ਸਿਰਫ ਆਰੀਅਨਸ ਨੂੰ ਰਹਿਣਾ ਚਾਹੀਦਾ, ਬਾਕੀ ਕਿਸੇ ਨੂੰ ਨਹੀਂ ਰਹਿਣਾ ਚਾਹੀਦਾ। ਤਾਂ ਦੈਨ ਇਹਨਾਂ ਨੇ ਇਸ ਤਰੀਕੇ ਦਾ ਸਿਧਾਂਤ ਦੇ ਦਿੱਤਾ ਸੀਗਾ। ਤਾਂ ਇਹੀ ਇੱਕ ਅੱਗੇ ਇਸੇ ਕੜੀ ਦੇ ਵਿੱਚ ਨਹਿਰਿੰਗ ਆ ਜਾਂਦਾ ਆ। ਨਹਿਰਿੰਗ ਨੇ ਕਿਹਾ ਹੈ ਕਿ ਯੂਕਰੇਨ ਇਹਨਾਂ ਦਾ ਮੂਲ ਨਿਵਾਸ ਸੀਗਾ। ਠੀਕ ਆ, ਅਤੇ ਜੇ ਜੀ ਰੇਂਜ ਨੇ ਕਿਹਾ ਆ ਕਿ ਇਹਨਾਂ ਦਾ ਕਿਹੜਾ ਏਰੀਆ ਸੀਗਾ, ਬੈਕਟੀਰੀਆ। ਇਹ ਬੈਕਟੀਰੀਅਨ ਮਤਲਬ ਰੀਜਨ ਨਾਲ ਰਿਲੇਟਡ ਨੇ। ਅਤੇ ਇਸ ਚੀਜ਼ ਦੇ ਲਈ ਇਹਨੇ ਜ਼ੈਂਦ ਅਵਸਥਾ, ਇਹ ਇੰਪੋਰਟੈਂਟ ਆ, ਇਹਨੂੰ ਨੋਟ ਕਰ ਲਿਓ, ਇਹ ਪੁੱਛਿਆ ਜਾ ਸਕਦਾ ਜ਼ੈਂਦ ਅਵਸਥਾ ਕੀ ਚੀਜ਼ ਆ, ਜਾਂ ਜ਼ੈਂਦ ਅਵਸਥਾ ਦਾ ਕਿੰਨਾ ਦੀ ਰਿਲੀਜੀਅਸ ਬੁੱਕ ਆ। ਤਾਂ ਦੈਨ ਉਹ ਇਰਾਨੀਅਨ ਦੀ ਰਿਲੀਜੀਅਸ ਬੁੱਕ ਆ। ਤਾਂ ਇਹਨੇ ਕੀ ਕੀਤਾ, ਇਹਨੇ ਜ਼ੈਂਦ ਅਵਸਥਾ ਅਤੇ ਰਿਗਵੇਦ ਦੀ ਸਟੱਡੀ ਕੀਤੀ ਅਤੇ ਉਸੇ ਦੇ ਬੇਸ ਦੇ ਉੱਤੇ ਇਹਨੇ ਇਹ ਡਿਸਾਈਡ ਕੀਤਾ ਕਿ ਇਹਨਾਂ ਦਾ ਮੂਲ ਨਿਵਾਸ ਸਥਾਨ ਕਿਹੜਾ ਸੀਗਾ, ਬੈਕਟੀਰੀਆ ਸੀਗਾ, ਜੋ ਕਿ ਏਸ਼ੀਆ ਦੇ ਵਿੱਚ ਹੀ ਰਹਿੰਦਾ ਆ। ਠੀਕ ਆ, ਤਾਂ ਮਤਲਬ ਹੁਣ ਆਰੀਅਨਸ ਦੇ ਬਾਰੇ ਜਿੰਨਾ ਵੀ ਸਾਨੂੰ ਰਿਗਵੈਦਿਕ ਲਿਟਰੇਚਰ ਮਿਲਦਾ, ਰਿਗਵੈਦ ਦੇ ਦੌਰਾਨ ਰਿਗਵੈਦ ਨਾਲ ਸੰਬੰਧਿਤ ਜਿੰਨਾ ਵੀ ਲਿਟਰੇਚਰ ਆ ਉਹਦੇ ਵਿੱਚ ਸਾਨੂੰ ਇੰਨਾ ਪਤਾ ਲੱਗ ਜਾਂਦਾ ਹੈ ਕਿ ਆਰੀਅਨਸ ਨੂੰ ਸਮੁੰਦਰ ਦੇ ਬਾਰੇ ਜਾਣਕਾਰੀ ਨਹੀਂ ਸੀਗੀ। ਤਾਂ ਫਿਰ ਮੋਸਟ ਪ੍ਰੋਬੇਬਲੀ ਇਹ ਏਰੀਆ ਕਿਹੜਾ ਹੋ ਸਕਦਾ ਆ, ਸੈਂਟਰਲ ਏਸ਼ੀਆ ਦਾ, ਜਿਹੜਾ ਕੀ ਆ ਥਿਊਰੀ ਦਿੱਤੀ ਗਿਆ ਮੈਕਸ ਮੂਲਰ ਦੀ। ਤਾਂ ਸਭ ਤੋਂ ਵੱਧ ਵਿਸ਼ਵਾਸਜਨਕ ਥਿਊਰੀ ਮੰਨੀ ਜਾਂਦੀ ਆ ਸੈਂਟਰਲ ਏਸ਼ੀਆ ਵਾਲੀ, ਜਿਹੜੀ ਦਿੱਤੀ ਗਈ ਆ ਮੈਕਸ ਮੂਲਰ ਨੇ। ਤਾਂ ਇਹਨੇ ਯਾਦ ਕਰ ਲਿਓ, ਮੈਕਸ ਮੂਲਰ ਦੀ ਬੁੱਕ ਦਾ ਵੀ ਨਾਮ ਯਾਦ ਕਰ ਲਿਓ, ਲੈਕਚਰ ਔਨ ਲੈਂਗੁਏਜ ਸਾਇੰਸਿਸ। ਅਤੇ ਕਿੱਥੋਂ ਆਏ ਸੀਗੇ ਇਹ, ਮੱਧ ਏਸ਼ੀਆ ਦੇ ਵਿੱਚੋਂ ਆਏ ਸੀਗੇ। ਕਿਹਨੇ ਦੱਸਿਆ ਸੀਗਾ, ਪ੍ਰੋਫੈਸਰ ਮੈਕਸ ਮੂਲਰ ਨੇ ਦੱਸਿਆ ਸੀਗਾ ਇਹ। ਠੀਕ ਆ ਜੀ। ਨੈਕਸਟ ਇਹਦੇ ਵਿੱਚ ਆ ਜਾਂਦਾ ਆ ਅਰਲੀ ਸੈਟਲਮੈਂਟਸ ਆਫ ਆਰੀਅਨਸ। ਹੁਣ ਆਰੀਆ ਜਿਹੜੇ ਨੇ ਉਹ ਭਾਰਤ ਦੇ ਵਿੱਚ ਆ ਤਾਂ ਗਏ, ਲੇਕਿਨ ਹੁਣ ਉਹ ਸਭ ਤੋਂ ਪਹਿਲਾਂ ਕਿੱਥੇ ਵਸੇ।
ਤਾਂ ਸਭ ਤੋਂ ਪਹਿਲਾਂ ਜਿਹੜਾ ਆ ਜਾਂਦਾ ਆ ਉਹ ਆ ਜਾਂਦਾ ਆ ਆਪਣਾ ਸਪਤ ਸਿੰਧੂ ਰੀਜਨ। ਹੁਣ ਸਪਤ ਸਿੰਧੂ ਰੀਜਨ ਕਿਹੜਾ ਸੀਗਾ? 7 ਰਿਵਰਸ ਵਾਲਾ ਜਿਹੜਾ ਰੀਜਨ ਆ। ਤਾਂ 7 ਰਿਵਰਸ ਕਿਹੜੀਆਂ ਕਿਹੜੀਆਂ? 5 ਤਾਂ ਆਪਣੇ ਪੰਜਾਬ ਵਾਲੀਆਂ ਹੀ ਹੋ ਗਈਆਂ, ਅਤੇ ਵਿੱਚ ਐਡ ਕਰ ਲਓ ਜਿਹੜੀ ਆਪਣਾ ਇੰਡਸ ਅਤੇ ਸਰਸਵਤੀ। ਠੀਕ ਆ, ਇਹਨੂੰ ਐਡ ਕਰ ਲਿਓ ਤੁਸੀਂ। ਹੁਣ ਇਹਨਾਂ ਨੂੰ ਇੱਕ ਇਹ ਚੀਜ਼ ਯਾਦ ਰੱਖਣੀ ਆ ਕਿ ਜਿਹੜੀ ਸਰਸਵਤੀ ਆ, ਸਰਸਵਤੀ ਇਹਨਾਂ ਆਰੀਅਨਸ ਦੀ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਪੂਜਨੀਏ ਰਿਵਰ ਆ। ਮਤਲਬ ਸਭ ਤੋਂ ਜ਼ਿਆਦਾ ਜੇ ਪੂਜਾ ਉਹ ਕਿਸੇ ਰਿਵਰ ਦੀ ਕਰਦੇ ਨੇ, ਸਭ ਤੋਂ ਵਧੀਆ ਮੰਨਦੇ ਨੇ। ਜਿਵੇਂ ਅੱਜ ਅਸੀਂ ਗੰਗਾ ਨੂੰ ਮੰਨਦੇ ਹਾਂ, ਇਹ ਲੋਕ ਸਰਸਵਤੀ ਨੂੰ ਮੰਨਦੇ ਸੀ। ਸਰਸਵਤੀ ਅੱਜ ਅਲੋਪ ਹੋ ਚੁੱਕਿਆ। ਸਰਸਵਤੀ ਦਾ ਜਿਹੜਾ ਮਾਡਰਨ ਨਾਮ ਆ ਉਹ ਹੈਗਾ ਆ ਘੱਗਰ ਰਿਵਰ। ਠੀਕ ਆ, ਅਤੇ ਘੱਗਰ ਰਿਵਰ ਕੀ ਆ? ਘੱਗਰ ਰਿਵਰ ਹੈਗੀ ਆ ਟੋਟਲੀ ਆਪਾਂ ਕਹਿ ਲਓ ਵੀ ਰੇਨੀ ਸੀਜ਼ਨ ਦੇ ਵਿੱਚ ਹੀ ਇਹ ਮਤਲਬ ਕਿ ਇਮਰਜ ਹੁੰਦਾ ਆ। ਅਦਰਵਾਈਜ਼ ਕੀ ਆ, ਘੱਗਰ ਰਿਵਰ ਦੇ ਵਿੱਚ ਇੰਨਾ ਜ਼ਿਆਦਾ ਕਿ ਸਾਨੂੰ ਵਾਟਰ ਦੇਖਣ ਨੂੰ ਨਹੀਂ ਮਿਲਦਾ। ਤਾਂ ਸਰਸਵਤੀ ਨੂੰ ਹੀ ਜੋ ਅੱਜ ਅਸੀਂ ਘੱਗਰ ਰਿਵਰ ਦੇਖ ਰਹੇ ਹਾਂ ਉਹਨੂੰ ਹੀ ਸ਼ਾਇਦ ਇਹ ਲੋਕ ਸਰਸਵਤੀ ਕਹਿੰਦੇ ਹੋਣਗੇ, ਅਤੇ ਸਰਸਵਤੀ ਨੂੰ ਸਭ ਤੋਂ ਜ਼ਿਆਦਾ ਪੂਜਾ ਵੀ ਕਰਦੇ ਸੀਗੇ। ਤਾਂ ਸਭ ਤੋਂ ਪਹਿਲੇ ਨੰਬਰ 'ਤੇ ਜਦੋਂ ਆ ਕੇ ਵੱਸਦੇ ਨੇ ਤਾਂ ਉਹ ਸਪਤ ਸਿੰਧੂ ਰੀਜਨ ਹੁੰਦਾ। ਮੈਂ ਤੁਹਾਨੂੰ ਮੈਪ 'ਚ ਵੀ ਦਿਖਾ ਦਿੰਦਾ ਆ। ਜਿਹੜਾ ਆਹ ਵਾਲਾ ਰੀਜਨ ਆ, ਇਹ ਸਾਰਾ ਰੀਜਨ ਨਹੀਂ ਜਿਹੜਾ ਹਾਈਲਾਈਟ ਕੀਤਾ ਹੋਇਆ, ਇਹ ਸਾਰਾ ਰੀਜਨ ਨਹੀਂ, ਸਿਰਫ ਆਹ ਵਾਲਾ ਰੀਜਨ ਜਿਹੜਾ ਆ ਦੇਖੋ, ਆਹ ਸਰਸਵਤੀ ਦਿਖ ਰਹੀ ਹੋਣੀ ਆ ਤੁਹਾਨੂੰ। ਠੀਕ ਆ, ਗੁਜਰਾਤ ਦੇ ਨੇੜੇ ਤੇੜੇ ਜਿਹੜਾ ਕੀ ਆ ਆਪਣਾ ਰਾਜਸਥਾਨ ਦੇ ਨੇੜੇ ਤੇੜੇ ਏਰੀਆ ਦਿਖਦਾ ਜਿਹੜਾ ਆਹ ਇੰਡਸ ਆ। ਠੀਕ ਆ, ਤਾਂ ਹੁਣ ਕਿਹੜੀਆਂ ਕਿਹੜੀਆਂ ਰਿਵਰਸ ਆ ਗਈਆਂ ਇਹ ਦੇਖ ਲਓ। ਆਹ ਸਰਸਵਤੀ ਰਿਵਰ ਆ ਗਈ, ਆਹ ਇੰਡਸ, ਆਹ ਵਿਤਾਸ਼ਾ, ਆਹ ਅਸਕਨੀ, ਆਹ ਪੁਰਸ਼ਨੀ ਅਤੇ ਸ਼ਤੂਦਰੀ। ਠੀਕ ਆ, ਤਾਂ ਹੁਣ ਸ਼ਤੂਦਰੀ ਕੀ ਆ? ਇਹ ਬੇਸਿਕਲੀ ਆਪਣਾ ਕਹਿ ਲਓ ਵੀ ਤੁਸੀਂ ਸਤਲੁਜ ਨੂੰ ਹੀ ਕਿਹਾ ਜਾਂਦਾ ਹੈ। ਪੁਰਸ਼ਨੀ ਰਾਵੀ ਹੋ ਗਿਆ, ਵਿਤਾਸਾ ਜਿਹੜਾ ਆ ਇਹ ਜੇਹਲਮ ਹੋ ਗਿਆ, ਅਤੇ ਅਸਕਨੀ ਜਿਹੜੇ ਆ ਇਹ ਕਿਆ ਚਨਾਬ ਹੋ ਗਿਆ। ਠੀਕ ਆ, ਤਾਂ ਇਹ ਰਿਵਰਸ ਅਤੇ ਪਲੱਸ ਇਹਦੇ ਨਾਲ ਜਿਹੜੀ ਆਪਣੀ ਇੱਕ ਬਿਆਸ ਵੀ ਰਹਿ ਗਈ। ਠੀਕ ਆ, ਅਤੇ ਨੈਕਸਟ ਇਹਦੇ ਨਾਲ 2 ਐਡ ਕਰ ਲਓ, ਸਰਸਵਤੀ ਅਤੇ ਸਿੰਧੂ। ਅਤੇ ਆਹ ਵਾਲਾ ਏਰੀਆ ਜਿਹੜਾ ਮੈਂ ਸਰਕਲ 'ਚ ਕੀਤਾ ਆ ਇਹ ਅਰਲੀ ਕੀ ਸੀਗਾ ਇਹਨਾਂ ਦਾ ਮਤਲਬ ਸੈਟਲਮੈਂਟ। ਮਤਲਬ ਸਭ ਤੋਂ ਪਹਿਲਾਂ ਉਹ ਆ ਕੇ ਇੱਧਰਲੇ ਪਾਸਿਓਂ ਆਏ ਨੇ। ਇੱਧਰਲੇ ਪਾਸਿਓਂ ਉਹ ਆਏ ਨੇ ਲੋਕ, ਅਤੇ ਇੱਥੇ ਕੀ ਆ ਇਸ ਏਰੀਏ ਦੇ ਵਿੱਚ ਉਹ ਰਹਿਣਾ ਸਟਾਰਟ ਕਰ ਗਏ। ਠੀਕ ਆ, ਅਤੇ ਜਿੰਨੀ ਦੇਰ ਉਹ ਇਸ ਏਰੀਏ ਦੇ ਵਿੱਚ ਰਹੇ ਨੇ ਓਨੀ ਦੇਰ ਤੱਕ ਇਸ ਏਰੀਏ ਨੂੰ ਕੀ ਕਿਹਾ ਜਾਂਦਾ ਰਿਹਾ ਆ? ਬ੍ਰਹਮਵਰਤ। ਠੀਕ ਆ, ਤਾਂ ਮਤਲਬ ਜਿਹੜਾ ਪਹਿਲਾ ਏਰੀਆ ਆ, ਪਹਿਲਾ ਏਰੀਏ ਦੇ ਵਿੱਚ ਜਿੱਥੇ ਉਹ ਰਹਿ ਰਹੇ ਸੀ, 7 ਰਿਵਰਸ ਦੀ ਲੈਂਡ ਸੀ, ਉਹਨੂੰ ਬ੍ਰਹਮਵਰਤ ਕਿਹਾ ਜਾਂਦਾ ਆ। ਅਤੇ ਇੱਕ ਬ੍ਰਹਮਵਰਤ ਕਹਿਣ ਦਾ ਇੱਕ ਹੋਰ ਵੀ ਕਾਰਨ ਆ, ਉਹ ਹੈਗਾ ਰਿਗਵੈਦਾ ਕੰਪਾਈਲੇਸ਼ਨ। ਹੁਣ ਰਿਗਵੈਦਾ ਦਾ ਕੰਪਾਈਲੇਸ਼ਨ ਕੀ ਆ? ਜਦੋਂ ਇਹ ਲੋਕ ਇਸ ਏਰੀਏ ਦੇ ਵਿੱਚ ਰਹਿ ਰਹੇ ਸੀਗੇ, ਤਾਂ ਦੈਨ ਇੱਥੇ ਇਹਨਾਂ ਨੇ ਰਿਗਵੈਦ ਨੂੰ ਕੀ ਕੀਤਾ? ਕੰਪਾਈਲ ਕੀਤਾ। ਠੀਕ ਆ, ਤਾਂ ਇਸ ਦੀ ਸਥਾਪਨਾ ਪੰਜਾਬ ਦੇ ਵਿੱਚ ਹੋਈ ਆ। ਮਤਲਬ ਇਹ ਕੰਪਾਈਲੇਸ਼ਨ ਜਿਹੜੀ ਰਿਗਵੇਦ ਦੀ ਆ ਉਹ ਕਿੱਥੇ ਹੋਈ ਆ? ਪੰਜਾਬ ਦੇ ਵਿੱਚ ਹੋਈ ਆ। ਤਾਂ ਸਿੰਪਲੀ ਚੀਜ਼ ਇੱਥੇ 2 ਕੁਐਸਚਨ ਨਿਕਲਦੇ। ਸਭ ਤੋਂ ਪੁਰਾਣਾ ਗ੍ਰੰਥ ਕਿਹੜਾ? ਰਿਗਵੈਦ ਆ। ਰਿਗਵੈਦ ਦੀ ਕੰਪਾਈਲੇਸ਼ਨ ਕਿੱਥੇ ਹੋਈ ਆ? ਪੰਜਾਬ ਦੇ ਵਿੱਚ ਹੋਈ ਆ। ਅਤੇ ਜਿਹੜੀ ਅਰਲੀ ਬ੍ਰਹਮਵਰਤ ਕੀ ਸੀਗਾ? ਬ੍ਰਹਮਵਰਤ ਇੱਕ ਤਰੀਕੇ ਦੇ ਨਾਲ ਜਿਹੜੀ ਅਰਲੀ ਸੈਟਲਮੈਂਟ ਵਾਲਾ ਆਰੀਅਨਸ ਦਾ ਏਰੀਆ ਸੀਗਾ, ਰੀਜਨ ਸੀਗਾ, ਉਹਨੂੰ ਕੀ ਕਹਿ ਦਿੰਦੇ ਨੇ? ਬ੍ਰਹਮਵਰਤ ਕਹਿ ਦਿੰਦੇ ਨੇ। ਠੀਕ ਹੈ, ਤਾਂ ਇੱਥੇ 3 ਕੁਐਸਚਨ ਨਿਕਲਦੇ ਨੇ ਤੁਹਾਡੇ। ਤਾਂ ਹੁਣ ਅਗਲੀ ਚੀਜ਼ ਜਿਹੜੀ ਇਹਦੇ ਵਿੱਚ ਆ ਜਾਂਦੀ ਆ, ਤਾਂ ਹੁਣ ਹੌਲੀ ਹੌਲੀ ਕੀ ਆ 19th ਸੈਂਚਰੀ ਦੇ ਵਿੱਚ ਜਦੋਂ 9ਵੀਂ ਸਦੀ ਆ ਜਾਂਦੀ, ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਉਹ 1500 BC ਦੇ ਨੇੜੇ ਤੇੜੇ ਆਉਣਾ ਸਟਾਰਟ ਹੋ ਗਏ ਸੀਗੇ। ਠੀਕ ਆ, ਤਾਂ ਹੁਣ 9th ਸੈਂਚਰੀ BC, ਸੌਰੀ ਇੱਥੇ ਕੀ ਕਰ ਲਓ, ਇਹਨੂੰ ਥੋੜ੍ਹਾ ਕੁ ਜਿਹਾ ਮਿਸਟੇਕ ਹੋ ਗਈ। 9th ਸੈਂਚਰੀ BC ਦੇ ਵਿੱਚ ਕੀ ਆ ਇਹ ਲੋਕ ਗੰਗਾ ਜਮਨਾ ਰੀਜਨ ਵਾਲੇ ਪਾਸੇ ਕੀ ਆ ਮੂਵ ਕਰਨਾ ਸਟਾਰਟ ਕਰ ਦਿੰਦੇ ਨੇ। ਗੰਗਾ ਜਮਨਾ ਰੀਜਨ ਵਾਲੇ ਪਾਸੇ ਦਿਖਾ ਦਿੰਦਾ ਤੁਹਾਨੂੰ। ਹੁਣ ਇੱਥੇ ਕੀ ਹੋਇਆ? ਇੱਥੇ ਆ ਕੇ ਬਸ ਤਾਂ ਗਏ, ਪਰ ਹੁਣ ਹੌਲੀ ਹੌਲੀ ਪਾਪੂਲੇਸ਼ਨ ਵਧੂਗੀ। ਪਾਪੂਲੇਸ਼ਨ ਵਧਣ ਦੇ ਨਾਲ ਇਹ ਕਿੱਧਰ ਨੂੰ ਮੂਵ ਕਰਨਾ ਸਟਾਰਟ ਕਰ ਗਏ? ਇੱਧਰ ਨੂੰ ਮੂਵ ਕਰਨਾ ਸਟਾਰਟ ਕਰ ਗਏ। ਆਹ ਜਿਹੜਾ ਹੁਣ ਜਿੰਨਾ ਵੀ ਏਰੀਆ ਆ, ਆਹ ਵਾਲਾ ਦੇਖ ਲਓ, ਆਹ ਵਾਲਾ ਜਿਹੜਾ ਏਰੀਆ ਆ ਇਹ ਇਹਨਾਂ ਦੀ ਸੈਟਲਮੈਂਟ ਬਣ ਜਾਂਦਾ ਆ। ਅਤੇ ਜਦੋਂ ਇੱਧਰਲੇ ਪਾਸੇ ਆ ਜਾਂਦਾ ਦੈਨ ਇਹਦਾ ਨਾਮ ਕੀ ਰੱਖਦੇ ਨੇ? ਇਹ ਆਰਿਆਵਰਤ। ਤਾਂ ਦੈਨ ਇਹਦਾ ਨਾਮ ਰੱਖਿਆ ਜਾਂਦਾ ਆ ਆਰਿਆਵਰਤ। ਠੀਕ ਆ, ਤਾਂ ਦੈਨ
ਹੁਣ ਇਹ ਬੇਸਿਕਲੀ ਪਹਿਲਾਂ ਇੱਥੇ ਇਹ ਵਾਲੇ ਏਰੀਏ ਨੂੰ ਬ੍ਰਹਮਵਰਤ ਕਿਹਾ ਜਾ ਰਿਹਾ ਸੀ, ਤਾਂ ਦੈਨ ਇੱਧਰਲੇ ਪਾਸੇ ਜਦੋਂ ਆਉਂਦੇ ਤਾਂ ਦੈਨ ਇਹਨੂੰ ਕੀ ਕਹਿ ਦਿੰਦੇ ਨੇ, ਆਰਿਆਵਰਤ ਕਹਿ ਦਿੰਦੇ ਨੇ। ਠੀਕ ਹੈ ਜੀ, ਕਨਫਿਊਜ਼ ਨਹੀਂ ਹੋਣਾ ਹੈਗਾ। ਤਾਂ ਹੁਣ ਹਿਮਾਲਿਆ ਜਿਹੜਾ ਹੁਣ ਇਹਦੀ ਐਕਸਟੈਂਸ਼ਨ ਕਿੱਥੇ ਕਿੱਥੇ ਤੱਕ ਸੀਗੀ, ਨਾਰਥ ਦੇ ਵਿੱਚ ਹਿਮਾਲਿਆ ਤੱਕ, ਸਾਊਥ ਦੇ ਵਿੱਚ ਨਰਮਦਾ ਰਿਵਰ, ਇੱਧਰਲੇ ਪਾਸੇ ਵੈਸਟ ਦੇ ਵਿੱਚ ਇੰਡਸ, ਅਤੇ ਬੰਗਾਲ ਜਿਹੜਾ ਉਹ ਈਸਟ ਵਾਲੇ ਪਾਸੇ। ਇੱਕ ਵਾਰੀ ਫਿਰ ਮੈਪ ਦੇਖ ਲਓ ਤੁਸੀਂ, ਆਹ ਦੇਖੋ ਇਹਦੀ ਹੁਣ ਇਹ ਲੋਕ ਕਿੱਥੇ ਤੱਕ ਫੈਲ ਗਏ, ਇਹਨਾਂ ਦੀ ਮਤਲਬ ਐਕਸਟੈਂਟ ਦੇਖਣੀ ਆਪਾਂ ਤਾਂ ਆ ਇੱਧਰ ਨਾਰਥ ਵਾਲੇ ਪਾਸੇ ਹਿਮਾਲਿਆ ਇਹਨਾਂ ਦਾ ਬਾਰਡਰ ਬਣ ਰਿਹਾ ਇੱਕ ਹਿਸਾਬ ਨਾਲ। ਇੱਧਰਲੇ ਪਾਸੇ ਬੰਗਾਲ ਪੂਰਾ ਕਵਰ ਕਰ ਲਿਆ ਇਹਨਾਂ ਨੇ। ਠੀਕ ਆ, ਆ ਮਗਧ ਪੁਰਾਣਾ, ਇਹ ਸਾਰੇ ਨਾਮ ਨੇ। ਇਹ ਅਸੀਂ ਜਦੋਂ ਅਗਲੇ ਚੈਪਟਰ ਕਰਾਂਗੇ ਤਾਂ ਉੱਥੇ ਜਾ ਕੇ ਕੀ ਹੈ ਇਹ ਪ੍ਰੋਪਰਲੀ ਦੱਸੂਗਾ ਇਹਨਾਂ ਦਾ ਕੀ ਸਿਸਟਮ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਅਗਲੀ ਜਿਹੜੀ ਇੱਧਰ ਵੈਸਟ ਵਾਲੇ ਪਾਸੇ ਆ ਸਿੰਧੂ, ਇੰਡਸ ਜਿਹਨੂੰ ਕਹਿ ਦਿੰਦੇ ਆਪਾਂ, ਆ ਇੰਡਸ ਰਿਵਰ ਵਾਲਾ ਜਿਹੜਾ ਸਿਸਟਮ ਆ ਗਿਆ। ਅਤੇ ਇੱਧਰਲੇ ਪਾਸੇ ਕੀ ਆ, ਨਰਮਦਾ, ਆਹ ਹੇਠਾਂ ਇੱਥੇ ਨਰਮਦਾ ਜਾ ਰਹੀ ਆ। ਤਾਂ ਆਹ ਨਰਮਦਾ ਰਿਵਰ, ਨਾਰਥ ਦੇ ਵਿੱਚ ਹਿਮਾਲਿਆ, ਸਾਊਥ ਦੇ ਵਿੱਚ ਨਰਮਦਾ, ਇੱਧਰਲੇ ਪਾਸੇ ਬੰਗਾਲ, ਅਤੇ ਇੱਧਰ ਆਪਣਾ ਵੈਸਟ ਵਾਲੇ ਪਾਸੇ ਜਿਹੜਾ ਕੀ ਆ ਜਾਊਗਾ, ਇੰਡਸ। ਤਾਂ ਇੱਥੇ ਤੱਕ ਇਹਨਾਂ ਦਾ ਕੀ ਆ ਰੀਜਨ ਜਿਹੜਾ ਸੀਗਾ ਉਹ ਕੀ ਆ, ਮਤਲਬ ਇੱਥੇ ਤੱਕ ਆਰੀਅਨਸ ਨੇ ਜਿਹੜੇ ਉਹ ਸੈਟਲ ਕਰ ਗਏ ਸੀਗੇ। ਅਤੇ ਇੱਥੇ ਅਕਸਰ ਜਦੋਂ ਇਹ ਆਉਂਦੇ ਨੇ ਇੱਥੇ, ਤਾਂ ਦੈਨ ਇੱਥੇ ਜਿਹੜੀਆਂ ਮੂਲ ਨਿਵਾਸੀ ਹੁੰਦੇ ਨੇ ਉਹਨਾਂ ਨੂੰ ਇਹ ਦੱਸੂ ਕਹਿੰਦੇ ਨੇ, ਜਾਂ ਨੌਨ ਆਰੀਅਨਸ ਕਿਹਾ ਜਾਂਦਾ ਉਹਨਾਂ ਨੂੰ, ਅਨਾਰੀਆ ਵੀ ਕਿਹਾ ਜਾਂਦਾ ਉਹਨਾਂ ਨੂੰ। ਇਹ ਲੋਕ ਆਰੀਆ ਅਤੇ ਦੂਸਰੇ ਕੌਣ ਨੇ, ਦਸੂ, ਜਿਨ੍ਹਾਂ ਨੂੰ ਅਸੀਂ ਕਹਿ ਲਓ ਵੀ ਦੁਸ਼ਮਣ ਕਹਿ ਦਿੱਤਾ ਗਿਆ, ਜਾਂ ਫਿਰ ਕੀ ਕਹਿੰਦੇ ਨੇ ਅਨਾਰੀਆ ਵੀ ਕਹਿ ਦਿੱਤਾ ਜਾਂਦਾ, ਵੀ ਮਤਲਬ ਇਹ ਨੌਨ ਆਰੀਆਜ਼ ਨੇ। ਤਾਂ ਆਰੀਆਜ਼ ਦੇ ਹਮੇਸ਼ਾ ਇਹਨਾਂ ਦੇ ਨਾਲ ਨੌਨ ਆਰੀਆਜ਼ ਦੇ ਨਾਲ ਕੀ ਆ, ਯੁੱਧ ਹੁੰਦੇ ਰਹਿੰਦੇ ਸੀਗੇ ਹਮੇਸ਼ਾ। ਅਤੇ ਇਸ ਯੁੱਧ ਦੇ ਵਿੱਚ ਆਰੀਅਨਸ ਕੀ ਹੁੰਦੇ ਨੇ, ਵਿਨਰ ਸਾਬਿਤ ਹੁੰਦੇ ਨੇ। ਅਤੇ ਇਹ ਨੌਨ ਆਰੀਅਨਸ ਨੇ, ਇਹਨਾਂ ਨੂੰ ਕੀ ਆ, ਭੱਜਣਾ ਪੈਂਦਾ। ਹੁਣ ਕਿਉਂ ਭੱਜਣਾ ਪੈਂਦਾ, ਕਿਉਂਕਿ ਆਰੀਅਨਸ ਦੇ ਕੋਲੇ ਬੇਸਿਕਲੀ ਕੀ ਸੀਗਾ, ਇਹਨਾਂ ਕੋਲੇ ਹਾਰਸ ਸੀਗੇ ਜਿਨ੍ਹਾਂ ਦੇ ਨਾਲ ਤੇਜ਼ੀ ਨਾਲ ਇਹ ਮੂਵ ਕਰਦੇ ਸੀ। ਇਹਨਾਂ ਨੂੰ ਆਇਰਨ ਦੇ ਵੈਪਨ ਬਣਾਉਣੇ ਆਉਂਦੇ ਸੀਗੇ ਅਤੇ ਕਾਫੀ ਤੇਜ਼ਧਾਰ ਹੁੰਦੇ ਸੀ। ਅਤੇ ਬਾਕੀ ਕੀ ਆ, ਇਹ ਥੋੜ੍ਹੀ ਲੜਾਕੂ ਕੌਮ ਆ। ਆਰੀਅਨਸ ਨੇ ਜਿਹੜੇ ਲੜਾਕੂ ਨੇ, ਯੁੱਧ ਪਸੰਦ ਨੇ, ਅਤੇ ਪਲੱਸ ਕੀ ਨੇ, ਇਹ ਬਹਾਦਰ ਕੌਮ ਦੇ ਵਿੱਚੋਂ ਮੰਨੇ ਜਾਂਦੇ ਨੇ। ਅਤੇ ਜਿਹੜੇ ਨੌਨ ਅਨਾਰੀਅਨਸ ਨੇ, ਜਾਂ ਜਿਵੇਂ ਆਪਾਂ ਕਹਿ ਲਓ ਜੋ ਇੱਥੇ ਆਲਰੇਡੀ ਮੂਲ ਨਿਵਾਸੀ ਸੀਗੇ, ਉਹਨਾਂ ਨੂੰ ਆਇਰਨ ਦਾ ਪਤਾ ਨਹੀਂ ਸੀਗਾ। ਜਿਵੇਂ ਇੰਡਸ ਵੈਲੀ ਸਿਵਲਾਈਜੇਸ਼ਨ, ਆਇਰਨ ਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਸੀਗਾ ਕੁਛ ਵੀ। ਤਾਂ ਉਹਨਾਂ ਦੇ ਹਥਿਆਰ ਇੰਨੇ ਤਿੱਖੇ ਨਹੀਂ ਸੀ, ਤੇਜ਼ਧਾਰ ਨਹੀਂ ਸੀਗੇ। ਬਾਕੀ ਉਹਨਾਂ ਨੂੰ ਹਾਰਸ ਦੇ ਬਾਰੇ ਜਾਣਕਾਰੀ ਸੀ, ਮਤਲਬ ਉਹ ਛੇਤੀ ਮੂਵ ਨਹੀਂ ਸੀ ਕਰ ਪਾਉਂਦੇ। ਅਤੇ ਬਾਕੀ ਉਹਨਾਂ ਨੂੰ ਘੋੜਿਆਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਉਹ ਥੋੜ੍ਹਾ ਜਿਹਾ ਇਹਨਾਂ ਤੋਂ ਮਤਲਬ ਇੱਕ ਨਵਾਂ ਜਾਨਵਰ ਤੁਹਾਡੇ ਸਾਹਮਣੇ ਆ ਜਾਵੇ ਤਾਂ ਅਸੀਂ ਡਰ ਜਾਵਾਂਗੇ ਨਾ, ਸਾਨੂੰ ਉਹਨਾਂ ਦੇ ਐਟਰੀਬਿਊਟਸ ਨਹੀਂ ਪਤਾ, ਸਾਨੂੰ ਉਹਦੀਆਂ ਵਿਸ਼ੇਸ਼ਤਾਵਾਂ ਨਹੀਂ ਪਤਾ। ਤਾਂ ਇਸੇ ਤਰੀਕੇ ਨਾਲ ਜਦੋਂ ਹਾਰਸਾਂ ਦੇ ਉੱਤੇ ਸਵਾਰ ਹੋ ਕੇ ਆਰੀਆਜ਼ ਨੇ ਇਹਨਾਂ ਉੱਤੇ ਹਮਲੇ ਕੀਤੇ ਤਾਂ ਇਹ ਡਰ ਗਏ। ਤਾਂ ਇਸ ਤੋਂ ਬਾਅਦ ਇਹ ਮੂਵ ਕਰਨਾ ਸਟਾਰਟ ਕਰ ਗਏ। ਆਰੀਆ ਜਿਹੜਾ ਕੀ ਆ, ਸਾਡਾ ਸਦਰਨ ਇੰਡੀਆ, ਜਿਹੜੇ ਇੱਥੇ ਰਹੇ ਇਹਨਾਂ ਨੇ ਦਾਸ ਬਣਾ ਲਿਆ। ਦਸੂ ਵੀ, ਦਾਸਾਂ ਨੂੰ ਵੀ ਕਿਹਾ ਜਾਂਦਾ ਵੈਸੇ ਦਸੂ। ਅਤੇ ਬਾਕੀ ਜਿਹੜੇ ਨੇ ਮੂਵ ਕਰ ਗਏ ਸਾਊਥ ਇੰਡੀਆ ਵਾਲੇ ਪਾਸੇ। ਠੀਕ ਆ ਜੀ, ਤਾਂ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅਗਲਾ ਇਹਦੇ ਆਰੀਅਨਸ ਦੇ ਨਾਲ ਰਿਲੇਟਡ ਜਿਹੜੇ ਮੇਨਲੀ ਕੀ ਆ ਵੈਦਿਕ ਲਿਟਰੇਚਰ ਦੇ ਨਾਲ ਸੰਬੰਧਿਤ ਆਪਾਂ ਅਗਲੀ ਵੀਡੀਓ ਕਰਾਂਗੇ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ, ਅਤੇ ਆਪਣੇ ਦੋਸਤਾਂ ਦੇ ਵਿੱਚ, ਆਪਣੇ ਫਰੈਂਡਸ ਦੇ ਵਿੱਚ ਇਸ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਾਡੀ ਵੀਡੀਓ ਮਿਲ ਸਕੇ। ਧੰਨਵਾਦ। ਥੈਂਕਸ ਫॉर ਵਾਚਿੰਗ। ਟੇਕ ਕੇਅਰ।